Dear students, welcome in online classes of business law. As we have previously discussed about Indian Contract Act and its conditions, and today our topic is essential elements of a valid contract. ਤੇ ਵੈਲਿਡ ਕੰਟਰੈਕਟ ਬਾਰੇ essential essentials ਹੁੰਦਾ ਰਾਜੇ ਜ਼ਰੂਰੀ ਚੀਜ਼ਾਂ। ठीक है कि ਕਿਹੜੇ ਕੰਟੈਂਟਸ ਨੇ ਜਾਂ ਕਿਹੜੇ ਐਲੀਮੈਂਟਸ ਨੇ ਇੱਕ ਵੈਲਿਡ ਕੰਟਰੈਕਟ ਦੇ ਲਈ ਆਪਾਂ ਨੂੰ ਚਾਹੀਦੀਆਂ ਨੇ। ਤੇ ਇਹਨਾਂ ਨੂੰ ਸਟੱਡੀ ਕਰਨ ਤੋਂ ਪਹਿਲਾਂ ਵੀ ਸ਼ੁੱਡ ਨੋ ਕਿ ਇੱਕ ਵੈਲਿਡ ਕੰਟਰੈਕਟ ਹੁੰਦਾ ਕੀ ਹੈ। ਜਿਸ ਤਰ੍ਹਾਂ ਆਪਾਂ ਪਿਛਲੇ ਲੈਕਚਰਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਡੈਫੀਨੇਸ਼ਨ ਕੰਟਰੈਕਟ ਦੀ ਕਿ ਇੱਕ ਕੰਟਰੈਕਟ ਕੀ ਹੁੰਦਾ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਪਰਸਨ ਮਿਲ ਕੇ ਠੀਕ ਹੈ ਰਿਟਨ ਫਾਰਮ ਦੇ ਵਿੱਚ ਕੋਈ ਡੀਲਿੰਗ ਕਰਦੇ ਨੇ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਦੇ ਲਈ ਤਾਂ ਉਸ ਨੂੰ ਬੋਲਿਆ ਜਾਂਦਾ ਰਾਜੇ ਕੰਟਰੈਕਟ। ਤੇ ਵੈਲਿਡ ਕੰਟਰੈਕਟ ਕੀ ਹੋਊਗਾ? ਵੈਲਿਡ ਕੰਟਰੈਕਟ ਹੁੰਦਾ ਹੈ ਜਿਹੜਾ ਕੰਟਰੈਕਟ ਕੀ ਹੈ ਲੀਗਲੀ ਬਾਉਂਡ ਹੈ, ਮਤਲਬ ਜਿਹੜਾ ਕੰਟਰੈਕਟ ਦੋ ਪਾਰਟੀਜ਼ ਨੂੰ ਲੀਗਲੀ ਬਾਉਂਡ ਕਰਦਾ ਹੈ ਕਿ ਉਹ ਕਿਸੇ ਵੀ ਕੰਮ ਨੂੰ ਕਰਨਗੀਆਂ ਠੀਕ ਹੈ ਤੇ ਉਹ ਕੰਮ ਕੀ ਹੈ ਲੌਫੁਲੀ ਰਿਕੋਗਨਾਈਜ਼ੇਬਲ ਹੈ ਕਿ ਲਾਅ ਉਹਨਾਂ ਚੀਜ਼ਾਂ ਨੂੰ ਬਾਈਂਡ ਨਹੀਂ ਕਰਦਾ। ਮਤਲਬ ਤੁਸੀਂ ਇਹ ਲਗਾ ਲਓ ਕਿ ਜਿਹੜਾ ਕੰਮ ਕਾਨੂੰਨੀ ਤੌਰ ਦੇ ਉੱਤੇ ਸਹੀ ਹੈ ਵੀ ਜਿਹੜੀਆਂ ਡੀਲਿੰਗਸ ਨੇ ਆਪਾਂ ਕਾਨੂੰਨੀ ਤੌਰ ਦੇ ਉੱਤੇ ਕਰ ਸਕਦੇ ਹਾਂ ਉਹਨਾਂ ਡੀਲਿੰਗਸ ਨੂੰ ਬੋਲਿਆ ਜਾਂਦਾ ਹੈ ਵੈਲਿਡ। ਤੇ ਜਦੋਂ ਉਹਨਾਂ ਡੀਲਿੰਗਸ ਦੇ ਰਿਲੇਟਡ ਆਪਣੇ ਕੋਈ ਐਗਰੀਮੈਂਟਸ ਵਗੈਰਾ ਹੁੰਦੇ ਨੇ ਠੀਕ ਹੈ ਤੇ ਲਾਅ ਉਹਨਾਂ ਐਗਰੀਮੈਂਟਸ ਨੂੰ ਬਾਈਂਡ ਕਰਦਾ ਹੈ ਉਹਨਾਂ ਨੂੰ ਕੀ ਬੋਲਿਆ ਜਾਂਦਾ ਵੈਲਿਡ ਕੰਟਰੈਕਟ। ਹੁਣ ਇੱਕ ਕੰਟਰੈਕਟ ਦੇ ਵੈਲਿਡ ਹੋਣ ਦੇ ਲਈ ਆਪਣੇ ਕੋਲ ਕੀ ਕੁਛ ਹੈ ਜਿਹੜਾ ਹੋਣਾ ਚਾਹੀਦਾ ਇਸੈਂਸ਼ੀਅਲਸ ਉਸਦੀ ਜ਼ਰੂਰੀ ਚੀਜ਼ਾਂ ਕੀ ਹੋਣੀਆਂ ਚਾਹੀਦੀਆਂ ਨੇ ਜਿਸ ਦੇ ਵਿੱਚੋਂ ਫਸਟ ਹੈ ਜੀ ਐਨ ਐਗਰੀਮੈਂਟ ਬਿਟਵੀਨ ਟੂ ਪਾਰਟੀਜ਼। ਐਜ਼ ਵੀ ਆਲ ਨੋ ਕਿ ਜਦੋਂ ਕੋਈ ਕੰਟਰੈਕਟ ਹੈ ਉਹ ਕੋਈ ਇਕੱਲਾ ਪਰਸਨ ਤੇ ਖੁਦ ਨਾਲ ਕੰਟਰੈਕਟ ਕਰ ਨਹੀਂ ਸਕਦਾ ਤਾਂ ਉਹਨੂੰ ਕੀ ਹੈ ਨਾਲ ਕੋਈ ਹੋਰ ਪਰਸਨ ਚਾਹੀਦਾ ਹੋਊਗਾ ਜਿਸ ਦੇ ਨਾਲ ਉਸ ਪਰਸਨ ਨੇ ਕੀ ਕਰਨੀ ਹੈ ਡੀਲਿੰਗ ਕਰਨੀ ਹੈ ਕਿ ਕਿਸੇ ਕੰਮ ਨੂੰ ਕਰਨਾ ਹੈ ਨਹੀਂ ਕਰਨਾ ਉਸ ਦੇ ਰਿਲੇਟਡ ਉਹ ਕੀ ਕਰੂਗਾ ਜੀ ਡੀਲਿੰਗ ਕਰੂਗਾ। ਤਾਂ ਇਸ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਪਾਰਟੀਜ਼ ਹੋਣੀਆਂ ਚਾਹੀਦੀਆਂ ਨੇਗੀਆਂ ਘੱਟੋ ਘੱਟ ਦੋ ਪਾਰਟੀਜ਼। ਸੈਕਿੰਡ ਕੀ ਹੈ ਜੀ ਪਾਰਟੀਜ਼ ਸ਼ੁੱਡ ਬੀ ਕੰਪੀਟੈਂਟ ਟੂ ਕੰਟਰੈਕਟ ਕਿ ਜਿਹੜੀਆਂ ਇਹ ਪਾਰਟੀਜ਼ ਨੇਗੀਆਂ ਉਹਨਾਂ ਦੇ ਵਿੱਚ ਕੰਪੀਟੈਂਸੀ ਹੋਣੀ ਚਾਹੀਦੀ ਹੈ ਕੰਟਰੈਕਟ ਕਰਨ ਲਈ। ਕੰਪੀਟੈਂਸੀ ਹੁੰਦਾ ਰਾਜੇ ਯੋਗਤਾ ਕਿ ਉਹ ਕੰਟਰੈਕਟ ਨੂੰ ਕਰ ਸਕਦੀਆਂ ਨੇ। ਜਿਸ ਤਰ੍ਹਾਂ ਹੁੰਦਾ ਹੈ ਕਿ ਕੋਈ ਪਰਸਨ ਜਿਹੜਾ ਪਾਗਲ ਹੈ ਉਹ ਕਿਸੇ ਕੰਟਰੈਕਟ ਨੂੰ ਨਹੀਂ ਕਰ ਸਕਦਾ, ਕੋਈ ਪਰਸਨ ਹੈ ਜੋ ਕਲਪਰੇਟ ਹੈ ਅਪਰਾਧੀ ਹੈ ਉਹ ਕਿਸੇ ਕੰਟਰੈਕਟ ਨੂੰ ਨਹੀਂ ਕਰ ਸਕਦਾ ਤੇ ਜਿਹੜਾ ਪਰਸਨ ਕੀ ਹੈ ਮਾਈਨਰ ਹੈ ਜਿਹਦੀ ਏਜ ਘੱਟ ਹੈ 18 ਸਾਲ ਤੋਂ ਠੀਕ ਹੈ ਉਹ ਪਰਸਨ ਕੀ ਹੈ ਕੰਟਰੈਕਟ ਨੂੰ ਨਹੀਂ ਕਰ ਸਕਦਾ। ਤਾਂ ਇਸ ਦਾ ਮਤਲਬ ਕੀ ਹੈ ਕਿ ਉਹ ਪਰਸਨ ਨੋਰਮਲ ਪਰਸਨ ਹੋਵੇ ਠੀਕ ਹੈ ਏਜ ਲਿਮਿਟ ਉਸਦੀ ਸਹੀ ਹੋਵੇ ਉਸ ਲਿਮਿਟ ਦੇ ਵਿੱਚ ਆਉਂਦਾ ਹੋਵੇ ਫਾਈਨੈਂਸ਼ੀਅਲ ਸਟੇਟਸ ਸਹੀ ਹੋਵੇ ਤੇ ਦਿਮਾਗੀ ਹਾਲਤ ਤਾਂ ਸਹੀ ਹੋਵੇ ਸਾਊਂਡ ਮਾਈਂਡ ਵਾਲਾ ਪਰਸਨ ਹੋਵੇ। ਥਰਡ ਕੰਡੀਸ਼ਨ ਹੈ ਰਾਜੇ ਦੀ ਐਗਰੀਮੈਂਟ ਸ਼ੁੱਡ ਬੀ ਮੇਡ ਬਾਈ ਕੰਸਰਟ ਆਫ ਪਾਰਟੀਜ਼ ਕਿ ਜਿਹੜਾ ਐਗਰੀਮੈਂਟ ਹੈ ਉਹ ਪਾਰਟੀਜ਼ ਦੀ ਕੰਸੈਂਟ ਦੇ ਨਾਲ ਹੋਵੇ। ਮਤਲਬ ਕਿ ਉਹ ਕੰਸੈਂਟ ਹੁੰਦਾ ਉਹਨਾਂ ਦੀ ਸਹਿਮਤੀ ਦੇ ਨਾਲ। ਮਤਲਬ ਕੀ ਹੈ ਕਿ ਕਿਸੇ ਪਰਸਨ ਨੂੰ ਆਪਾਂ ਫੋਰਸ ਕਰਕੇ ਕੋਈ ਵੀ ਕੰਟਰੈਕਟ ਹੈ ਜੋ ਉਹ ਐਗਜ਼ੀਕਿਊਟ ਨਹੀਂ ਕਰ ਸਕਦੇ ਉਸ ਕੰਟਰੈਕਟ ਨੂੰ ਕਰਨ ਦੇ ਲਈ ਉਸਦੀ ਕੀ ਹੋਣੀ ਚਾਹੀਦੀ ਹੈ ਸਹਿਮਤੀ ਹੋਣੀ ਚਾਹੀਦੀ ਹੈ। ਆਫਟਰ ਦੈਟ ਹੈ ਲੌਫੁਲ ਕੰਸੀਡਰੇਸ਼ਨ ਐਂਡ ਲੌਫੁਲ ਆਬਜੈਕਟ ਕਿ ਜਦੋਂ ਦੋ ਪਾਰਟੀਜ਼ ਦੇ ਵਿੱਚ ਕੰਟਰੈਕਟ ਹੋਣਾ ਹੈ ਤਾਂ ਉਹਨਾਂ ਦਾ ਕੰਸੀਡਰੇਸ਼ਨ ਵੀ ਲੌਫੁਲ ਹੋਣਾ ਚਾਹੀਦਾ ਹੈ। ਹੁਣ ਕੰਸੀਡਰੇਸ਼ਨ ਲੌਫੁਲ ਹੋਣ ਦਾ ਕੀ ਮਤਲਬ ਹੈ? ਕੰਸੀਡਰੇਸ਼ਨ ਹੁੰਦਾ ਰਾਜੇ ਕਿ ਜਦੋਂ ਬਦਲੇ ਦੇ ਵਿੱਚ ਕੁਝ ਦਿੱਤਾ ਜਾਂਦਾ ਮੀਨਸ ਕਿ ਜਿਸ ਤਰ੍ਹਾਂ ਆਪਾਂ ਨੇ ਕਿਸੇ ਤੋਂ ਕੁਝ ਖਰੀਦਣਾ ਠੀਕ ਹੈ ਅਗਲਾ ਆਪਾਂ ਨੂੰ ਕੀ ਹੈ ਕੋਈ ਚੀਜ਼ ਦੇਗਾ ਤੇ ਉਸ ਦੇ ਬਦਲੇ ਆਪਾਂ ਕੀ ਦੇਣਾ ਉਸਨੂੰ ਮਨੀ ਫਾਰਮ ਦੇ ਵਿੱਚ ਉਸਨੂੰ ਪੇਮੈਂਟ ਕਰਾਂਗੇ ਠੀਕ ਹੈ ਜੀ ਉਸ ਚੀਜ਼ ਨੂੰ ਬੋਲਿਆ ਜਾਂਦਾ ਕੰਸੀਡਰੇਸ਼ਨ ਕਿ ਜਦੋਂ ਆਪਾਂ ਐਕਸਚੇਂਜ ਦੇ ਵਿੱਚ ਕੁਝ ਦਿੰਦੇ ਹਾਂ ਠੀਕ ਹੈ ਕਿਸੇ ਨੂੰ। ਲੌਫੁਲ ਹੁੰਦਾ ਜੀ ਜਿਹੜਾ ਲੀਗਲੀ ਹੈ ਠੀਕ ਹੈ ਸਹੀ ਹੈ ਕਾਨੂੰਨੀ ਹੈ। ਐਂਡ ਲੌਫੁਲ ਆਬਜੈਕਟ ਕੀ ਹੈ ਕੋਈ ਚੀਜ਼ ਹੈ ਠੀਕ ਹੈ ਆਬਜੈਕਟ ਬੋਲਿਆ ਜਾਂਦਾ ਕਿਸੇ ਵੀ ਸਮਾਨ ਨੂੰ ਕਿ ਜਿਹੜਾ ਉਹ ਸਮਾਨ ਹੈ ਉਹ ਲੌਫੁਲ ਹੋਣਾ ਚਾਹੀਦਾ। ਜਿਸ ਤਰ੍ਹਾਂ ਕੋਈ ਇਹ ਲਗਾ ਲਓ ਡਰੱਗਸ ਵਗੈਰਾ ਦੀ ਜਿਹੜੀ ਡਿਲੀਵਰੀ ਹੈ ਕੋਈ ਪਰਸਨ ਦਿੰਦਾ ਹੈ ਤਾਂ ਉਹ ਚੀਜ਼ ਕੀ ਹੈ ਰਾਜੇ ਇਲੀਗਲ ਹੈ ਤੇ ਉਸ ਦੇ ਰਿਲੇਟਡ ਅਗਰ ਕੋਈ ਕੰਟਰੈਕਟ ਹੁੰਦਾ ਤਾਂ ਉਹਨੂੰ ਆਪਾਂ ਵੈਲਿਡ ਨਹੀਂ ਮੰਨਾਂਗੇ। ਫਿਫਥ ਪੁਆਇੰਟ ਹੈ ਜੀ ਐਗਰੀਮੈਂਟ ਸ਼ੁਡਨਟ ਡਿਕਲੇਅਰ ਵੋਇਡ। ਐਗਰੀਮੈਂਟ ਹੈ ਜੋ ਉਹ ਵੋਇਡ ਡਿਕਲੇਅਰ ਨਹੀਂ ਹੋਣਾ ਚਾਹੀਦਾ। ਵੋਇਡ ਡਿਕਲੇਅਰ ਦਾ ਮਤਲਬ ਹੁੰਦਾ ਜੀ ਕਿ ਉਹ ਖਾਲੀ ਨਹੀਂ ਹੋਣਾ ਚਾਹੀਦਾ। ਵੋਇਡ ਬੋਲਿਆ ਜਾਂਦਾ ਰਾਜੇ ਖਾਲੀ ਨੂੰ। ਤੇ ਕੋਈ ਐਗਰੀਮੈਂਟ ਵੋਇਡ ਕਦੋਂ ਹੋਏਗਾ ਠੀਕ ਹੈ ਕਿ ਜਦੋਂ ਉਹ ਕੀ ਹੈ ਲੀਗਲੀ ਬਾਉਂਡ ਨਾ ਹੋਵੇ। ਮਤਲਬ ਕਿਸੇ ਵੀ ਰੀਜ਼ਨ ਕਰਕੇ ਜਿਹੜੀ ਗੌਰਮੈਂਟ ਹੈ ਉਹ ਉਸ ਐਗਰੀਮੈਂਟ ਨੂੰ ਉਸ ਕੰਟਰੈਕਟ ਨੂੰ ਵੋਇਡ ਡਿਕਲੇਅਰ ਨਾ ਕਰੇ। ਅਗਲਾ ਪੁਆਇੰਟ ਹੈ ਜੀ ਐਗਰੀਮੈਂਟ ਸ਼ੁੱਡ ਬੀ ਇਨ ਰਾਈਟਿੰਗ। ਇਹ ਤਾਂ ਸਮਝ ਆ ਹੀ ਗਿਆ ਹੋਊਗਾ ਕਿ ਜੋ ਐਗਰੀਮੈਂਟ ਹੈ ਆਪਣਾ ਕੰਟਰੈਕਟ ਹੈ ਆਪਣਾ ਉਹ ਕੀ ਹੋਣਾ ਚਾਹੀਦਾ ਰਿਟਨ ਫਾਰਮ ਦੇ ਵਿੱਚ ਹੋਣਾ ਚਾਹੀਦਾ।
अगला पॉइंट है जी पॉसिबिलिटी ऑफ परफॉर्मेंस। पॉसिबिलिटी ऑफ परफॉर्मेंस का मतलब है जी कि जिहड़ा भी काम दे लई कॉन्ट्रैक्ट होया है वो काम करन वाला होना चाहिए। इट मीनस दैट कोई इहो जिहा काम होवे जिहदी पॉसिबिलिटी है कि ये काम हो सकता है। हुण जेकर कोई इंपॉसिबल थिंग होऊगा है ना, जिहड़ा काम पॉसिबल ही नहीं है, जिवें किसी ने कहता जी मैं तारे तोड़न दा कॉन्ट्रैक्ट करदा, तां ये चीज़ तो पॉसिबल ही नहीं है। तो जिहड़ी चीज़ पॉसिबल है सिर्फ उन्हां चीज़ां दे रिलेटेड ही कॉन्ट्रैक्ट है जिहड़ा ओह होना चाहिए। लास्ट पॉइंट है जी लीगल फॉर्मैलिटी। ये अपने पिछलियां कंडीशनस के नाल ही अटैच हो जाता है लीगल फॉर्मैलिटी का। फॉर्मैलिटी हुंदा है जी लायबिलिटी अपनी कि किसी काम के प्रति अपनी की जिम्मेवारी है। द लीगल फॉर्मैलिटी की कहती है कि ਜਦੋਂ दो पार्टीज़ किसी कॉन्ट्रैक्ट के लिए बाउंड हो गई तो उन्हों की जी फॉर्मैलिटी आ वो की बन गई, लीगल बन गई, कानूनी बन गई। ठीक है जी। तो उस तो बाद जो लास्ट के तुहानूं दिता होया कि कॉन्ट्रैक्ट इज इक्वल टू एग्रीमेंट प्लस इनफोर्सेबिलिटी एट लॉ। तो इट मीनस कि एक कॉन्ट्रैक्ट नूं बनाउण दे लई अपने कोल दो चीज़ां होणीआं चाहीदियां ने। पहला तो है एग्रीमेंट। एग्रीमेंट की हुंदा है जदों दो पार्टीज़ किसी काम नूं करन दे लई एक दूसरे नूं की करदियां ने, एग्री करदियां ने। ठीक है। तो वो रिटन फॉर्म दे विच एक डॉक्यूमेंट है जो उसनूं साइन करदियां ने, उसनूं बोलिया जांदा है एग्रीमेंट। प्लस इनफोर्सेबिलिटी एट लॉ, ये किस चीज़ नूं डिनोट करदा है जी कि वह कॉन्ट्रैक्ट की है लीगल होना चाहिए, कानूनी होना चाहिए। ठीक है। कि जदों किसी एग्रीमेंट दे नाल लॉ की इनफोर्सेबिलिटी अटैच हो जाती है तो वह एग्रीमेंट की बन जाता है, एक कॉन्ट्रैक्ट बन जाता है। तो इस दे नाल जो तुहाडा इसेंशियल एलीमेंट्स वाला टॉपिक सी ये कंप्लीट हो गया। ठीक है जी। गो थ्रू हुंदे रहा करो टॉपिक दे नाल। बेस्ट ऑफ लक।